जो हमरी विद होती मेरा सतगुरा साबिद तुम हर जन हो आपे हम रुलते फिरते कोई बात ना पूछता गुर सतगुर संग किरे हम थापे तन तन गुरु नानक जन कीरा जित मिले चुकै सब सोग संतापे धन 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 जन आया जिस प्रसाद सब जगत तराया जन आवन का यह सुहाओ जन का संग चित आवे नाम परम सम्मान योग जुगो जुग अकाल तख्त चवर छत्र के मालिक सतगुरु श्री गुरु ग्रंथ साहिब महाराज पातशाह जी की पावन पवित्र हजूरी अंदर पावन अस्थान शहीद बाबा हरभजन सिंह जी के गृह उन्होंने अस्थान के उत्ते सालाना 53ਵੀਂ ਜਿਹੜੀ बरसी है उन्होंने मनाई जा रही आप संगत हाजरियां पढ़ के लाहा प्राप्त कर रहे हो। बहुत ही सत्कारयोग कौम के महान रागी सचखंड श्री हरमंदर साहिब जी के हजूरी कीर्तनीय भाई साहब भाई जबरतोड़ सिंह जी आप जी को गुरबानी कीर्तन सरवण करा के गए ने। सतगुरु सच्चे पातशाह महाराज जी की वडियाई महिमा और बाबा हरभजन सिंह जी का जिहड़ा जीवन काल का समा है उनके बारे आप विचार करने तो पहला आओ सतगुरु महाराज जी के चरणों के विच हाजरी लवाना करिए। मन बितियां करो एकाग्र अदब प्यार सत्कार सहत सतगुरु महाराज जी के चरणों के विच हाजरी लवाना करिए। कोई भी रसना वांझी ना रहे। तुहाडी फतेह नहीं दसना है कि तुसी बाबा हरभजन सिंह जी के प्यार के जुड़ करके इस स्थान पर बैठे हो। प्यार वाले हिरदे जिहड़े ने वो हमेशा ही प्यारे की याद में चढ़ती कला के फतेह का जवाब देंगे ने। आप संगत का शीस बख्शो गुरमत विचारों की सांझ करिए। सतगुरु महाराज जी की बख्शिश फतेह प्रवान करो जी। वाहिगुरू जी का खालसा वाहिगुरू जी की फतेह। सतगुरु सच्चे पातशाह महाराज पावन बाणी दे विच कृपा की। महाराज आखदे ने धन 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 जन आया जिस प्रसाद सब जगत तराया जन आम का यह सुआओ जन के संग चित आवे नाम। कि जिहड़ा जन हुंदा है जिहड़ा रब दा प्यारा हुंदा है परमात्मा दा जिहड़ा सेवक है सतगुरु महाराज कहते ने उनका आना धन है उनका संसार के उत्ते रहना धन है ते उनका संसार दे उत्तों चले जाना भी धन है।
ਅਸੀਂ ਸੰਸਾਰ ਦੇ ਵਿੱਚ ਲੋਕ ਦੇਖਦੇ ਹਾਂ, ਸੰਸਾਰ ਦੇ ਵਿੱਚ ਜਨਮ ਹੁੰਦਾ ਹੈ, ਸੰਸਾਰ ਦੇ ਵਿੱਚ ਚਲੇ ਜਾਂਦੇ ਆ, ਪਰ ਬਹੁਤਾ ਕਿਸੇ ਨੂੰ ਕੋਈ ਯਾਦ ਨਹੀਂ ਹੁੰਦਾ। ਖਾਸ ਕਰਕੇ ਪਰਿਵਾਰ ਵਾਲੇ ਜਿਹੜੇ ਹੁੰਦੇ ਨੇ ਉਹ ਥੋੜਾ ਸਮਾਂ ਜਿਹੜਾ ਨੇ ਉਹ ਯਾਦ ਰੱਖਦੇ ਨੇ, ਉਹ ਥੋੜਾ ਸਮਾਂ ਉਹਨੂੰ ਯਾਦ ਨੂੰ ਹਿਰਦੇ ਵਿੱਚ ਰੱਖਦੇ ਨੇ, ਪਰ ਜਿਉਂ-ਜਿਉਂ ਸਮਾਂ ਬਤੀਤ ਹੁੰਦਾ ਜਾਂਦਾ ਹੈ ਉਹ ਯਾਦ ਹੌਲੀ-ਹੌਲੀ ਧੁੰਦਲੀ ਪੈ ਜਾਂਦੀ ਹੈ। ਪਰ ਕੁਝ ਐਸੇ ਸੰਸਾਰ ਦੇ ਵਿੱਚ ਆਉਂਦੇ ਨੇ ਜਿਹੜੇ ਆ ਕੇ ਕੁਝ ਇਹੋ ਜਿਹਾ ਸੰਸਾਰ ਦੇ ਉੱਤੇ ਕਰਕੇ ਚਲੇ ਜਾਂਦੇ ਨੇ ਕਿ ਜਿਨ੍ਹਾਂ ਦੀ ਯਾਦ ਜਿਹੜੀ ਹੈ ਉਹ ਸਦੀਵੀ ਹੋ ਜਾਂਦੀ ਹੈ। ਆਪ ਜਿਤਨੇ ਇੱਥੇ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠੇ ਹੋ, ਕਿਉਂਕਿ ਬਾਬਾ ਹਰਭਜਨ ਸਿੰਘ ਅਸੀਂ ਕਹਾਂਗੇ ਕਿ ਉਹ ਸਿੱਖੀ ਦੇ ਨਾਲ ਸੰਬੰਧ ਸੀ ਉਹਨਾਂ ਦਾ, ਪਰ ਅੱਜ ਮੰਨਣ ਵਾਲਿਆਂ ਦੀ ਜਿਹੜੀ ਗਿਣਤੀ ਕਹਿ ਸਕਦੇ ਆ ਜਾਂ ਮੰਨਣ ਵਾਲਿਆਂ ਦੀ ਆਸਥਾ ਕਹਿ ਸਕਦੇ, ਉਹ ਕਦੇ ਸਿੱਖ ਨਹੀਂ, ਉਹ ਬਾਕੀ ਵੀ ਉਹਨਾਂ ਦੇ ਅੱਗੇ ਸਿਰ ਝੁਕਾਉਂਦੇ ਪਏ ਨੇ। ਸਿੱਕਮ ਦੇ ਅੰਦਰ ਚਲੋ ਜਾਣ ਦਾ ਤੇ ਕਦੇ ਸਮਾਂ ਨਹੀਂ ਮਿਲਿਆ, ਪਰ ਜਦੋਂ ਉਹਨੂੰ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਦੇਖਦੇ ਆ ਤੇ ਉਹ ਸਾਰਾ ਕੁਝ ਸਾਨੂੰ ਇਹ ਨਜ਼ਰ ਆਉਂਦਾ ਹੈ ਕਿ ਉੱਥੇ ਇਕੱਲੇ ਸਿੱਖਾਂ ਦੀ ਗਿਣਤੀ ਨਹੀਂ। ਔਰ ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਕਿ ਜਿਹੜਾ ਸੰਤ ਹੁੰਦਾ ਹੈ, ਜਿਹੜਾ ਰੱਬ ਦਾ ਪਿਆਰਾ ਹੁੰਦਾ ਹੈ, ਉਹ ਕਿਸੇ ਖਾਸ ਜਾਤੀ ਜਾਂ ਕਿਸੇ ਖਾਸ ਮਜ਼ਹਬ ਦੇ ਨਾਲ ਸੰਬੰਧ ਨਹੀਂ ਰੱਖਦਾ। ਇਹ ਸਾਡੀ ਤੰਗ ਦਿਲੀ ਹੋ ਸਕਦੀ ਹੈ ਕਿ ਅਸੀਂ ਉਸ ਸੰਤ ਨੂੰ, ਉਸ ਮਹਾਂਪੁਰਖ ਨੂੰ, ਉਸ ਰੱਬੀ ਰੂਹ ਨੂੰ ਆਪਣੀ ਤੰਗ ਦਿਲੀ ਦੇ ਕਰਕੇ ਕਿਸੇ ਖਾਸ ਕਿੱਤੇ ਦੇ ਨਾਲ, ਕਿਸੇ ਖਾਸ ਜਾਤ ਦੇ ਨਾਲ ਜਾਂ ਕਿਸੇ ਖਾਸ ਅਸੀਂ ਉਹਨੂੰ ਸੀਮਾ ਰੇਖਾ ਦੇ ਵਿੱਚ ਬੰਨ੍ਹ ਕੇ ਰੱਖ ਲੈਂਦੇ ਹਾਂ। ਜਿਵੇਂ ਪਰਮਾਤਮਾ ਜਿਹੜਾ ਹੈ ਉਹਦੇ ਬਾਰੇ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਥਾਂ-ਥਾਂ ਤੇ ਇਹ ਦਰਸਾਇਆ ਹੈ ਕਿ ਰੱਬ ਜਿਹੜਾ ਹੈ ਉਹ ਸਰਬ ਵਿਆਪਕ ਹੈ, ਹਰ ਥਾਂ ਤੇ ਮੌਜੂਦ ਹੈ। ਜੋ ਬੋਲਤ ਹੈ ਮ੍ਰਿਗ ਮੀਨ ਪਖੇਲੋ, ਬਿਨ ਹਰ ਜਾਤ ਹੈ ਨਹੀਂ ਹੋ। ਕਹਿੰਦੇ ਨੇ ਰੱਬ ਇੰਨਾ ਕੁ ਵਿਆਪਕ ਹੈ ਕਿ ਟਿੱਲਿਆਂ ਦੇ ਅੰਦਰ, ਹਾਥੀ ਦੇ ਅੰਦਰ, ਕੀੜੀ ਦੇ ਅੰਦਰ, ਪਹਾੜ ਦੇ ਅੰਦਰ, ਉਹ ਸਭ ਥਾਵਾਂ ਤੇ ਉਹ ਸੁਭਾਏਮਾਨ ਹੈ, ਵਿਆਪਕ ਹੈ, ਹਾਜ਼ਰ ਨਾਜ਼ਰ ਹੈ, ਉਹ ਗੈਰ ਹਾਜ਼ਰ ਕਿਤੇ ਨਹੀਂ ਹੁੰਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ, ਹਸਤੀ ਕੀਟੀ ਤਿਰਲੋ ਆਦਮ ਏਕ ਅਖੰਡਸ ਬਸੇ ਅਨਾਦਮ, ਕਿ ਰੱਬ ਵਿਆਪਕ ਹੁੰਦਾ ਹੈ। ਰੱਬ ਅਖੰਡ ਰੂਪ ਦੇ ਵਿੱਚ, ਖੰਡ ਕਹਿੰਦੇ ਨੇ ਟੁਕੜਿਆਂ ਦੇ ਵਿੱਚ, ਹਿੱਸਿਆਂ ਦੇ ਵਿੱਚ, ਪਰ ਰੱਬ ਨੂੰ ਅਸੀਂ ਖੰਡ ਨਹੀਂ ਕਹਿੰਦੇ, ਰੱਬ ਨੂੰ ਅਖੰਡ ਆਖਦੇ ਆ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਏਕ ਅਖੰਡਸ ਬਸੇ ਅਨਾਦੰ, ਅਨਾਦ ਤੋਂ ਹੀ, ਸ਼ੁਰੂਆਤ ਤੋਂ ਹੀ ਉਹ ਜਿਹੜਾ ਪਿਆਰਾ ਹੈ ਉਹ ਹਸਤੀ ਕੀਟੀ ਹਾਥੀ ਅੰਦਰ, ਕੀੜੀ ਅੰਦਰ, ਹਸਤੀ ਕੀਟੀ ਤਿਰਲੋ ਆਦਮ, ਤੀਲੇ ਅੰਦਰ, ਪਹਾੜ ਅੰਦਰ, ਉਹ ਪਰਮਾਤਮਾ ਜਿਹੜਾ ਹੈ ਇੱਕ ਰਸ ਵਿਆਪਕ ਹੁੰਦਾ ਹੈ। ਇਹ ਹੁੰਦਾ ਕਿਵੇਂ ਆ? ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਪਰਮਾਤਮਾ ਜਿਹੜਾ ਹੈ ਉਹ ਸਰੀਰ ਨਹੀਂ ਹੈ। ਪਰਮਾਤਮਾ ਸਰੀਰ ਨਹੀਂ, ਪਰਮਾਤਮਾ ਇੱਕ ਸ਼ਕਤੀ ਹੈ ਤੇ ਸ਼ਕਤੀ ਜਿਹੜੀ ਉਹ ਹਰ ਥਾਂ ਤੇ ਵਿਆਪਕ ਹੋ ਸਕਦੀ ਹੈ। ਜਿੰਨੀ ਦੇਰ ਤੱਕ ਸਰੀਰ ਹੈ ਉਨੀ ਦੇਰ ਤੱਕ ਸਾਡੇ ਕੋਲ ਇੱਕ ਸਮਾਂ, ਇੱਕ ਸੀਮਾ ਦੀ ਬੰਧਨ ਹੁੰਦੇ ਨੇ। ਅਸੀਂ ਜਿਤਨੇ ਵੀ ਇੱਥੇ ਅੱਜ ਮਹਾਂਪੁਰਖਾਂ ਦੇ ਸਥਾਨ ਦੇ ਉੱਤੇ ਬੈਠੇ ਆ, ਅਸੀਂ ਸਮੇਂ ਤੇ ਅਸਥਾਨ, ਸਮੇਂ ਦੇ ਅੰਦਰ ਤੇ ਜਗ੍ਹਾ ਦੇ ਬੰਧਨ ਦੇ ਵਿੱਚ ਬੈਠੇ ਹੋਏ ਆ। ਅਸੀਂ ਜਿਤਨੇ ਬੈਠੇ ਆ ਇਸ ਵੇਲੇ ਅਸੀਂ ਇੱਥੇ ਤਾਂ ਹੋ ਸਕਦੇ, ਆਪਣੇ ਘਰ ਦੇ ਵਿੱਚ ਨਹੀਂ ਹੋ ਸਕਦੇ, ਆਪਣੇ ਕਾਰੋਬਾਰ ਥਾਂ ਤੇ ਨਹੀਂ ਹੋ ਸਕਦੇ, ਦੁਕਾਨ ਤੇ ਨਹੀਂ ਹੋ ਸਕਦੇ ਅਸੀਂ। ਤੇ ਜਿਸ ਦਿਨ ਕਿਸੇ ਦਾ ਸਰੀਰ ਬਿਰਸਦਾ ਹੈ, ਸਰੀਰ ਦੇ ਬੰਧਨ ਤੋਂ ਕੋਈ ਮੁਕਤ ਹੁੰਦਾ ਹੈ, ਉਹ ਫਿਰ ਵਿਆਪਕ ਹੋ ਜਾਂਦਾ ਹੈ, ਸਰਬ ਵਿਆਪਕ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ। ਜਿਹਨੂੰ ਗੁਰਬਾਣੀ ਨੇ ਇਸ ਤਰ੍ਹਾਂ ਵੀ ਦਰਸਾਇਆ, ਸੂਰਜ ਕਿਰਨ ਮਿਲੇ ਜਗ ਕਾ ਜਲ ਦੁਆਰਾ, ਜੋਤੀ ਜੋਤ ਰਵੇ ਸੰਪੂਰਨ ਕੀਆ। ਸੂਰਜ ਦੇ ਨਾਲੋਂ ਕਿਰਨ ਵਿਛੜ ਜਾਏ, ਸੂਰਜ ਨੂੰ ਕੋਈ ਫਰਕ ਨਹੀਂ ਜੀ ਪੈਂਦਾ। ਉਹਦੇ ਕੋਲ ਬਹੁਤ ਕਿਰਨਾਂ ਨੇ, ਉਹਦੇ ਕੋਲ ਨਿਤ ਉਹਦੇ ਵਿੱਚੋਂ ਕਿਰਨਾਂ ਨਿਕਲਦੀਆਂ ਪਈਆਂ ਨੇ।
पर किरण ਨੂੰ ਜ਼ਰੂਰ ਫਰਕ ਪੈਂਦਾ ਹੈ ਕਿ ਜੇਕਰ ਸੂਰਜ ਕੋਲੋਂ ਵਿਛੜ ਗਏ ਤਾਂ ਮੈਂ ਹਨੇਰੇ ਦੇ ਵਿੱਚ ਗਵਾਚ ਜਾਵਾਂਗਾ। ਜਿਸ ਦਿਨ ਕਿਰਨ ਸੂਰਜ ਦੇ ਵਿੱਚ ਮਿਲ ਜਾਂਦੀ ਹੈ ਉਸ ਦਿਨ ਫਿਰ ਉਹ ਸੂਰਜ ਦਾ ਰੂਪ ਹੋ ਜਾਂਦੀ ਹੈ। ਬੂੰਦ ਸਾਗਰ ਦੇ ਨਾਲੋਂ ਵਿਛੜ ਜਾਏ ਤੇ ਬੂੰਦ ਨੂੰ ਜ਼ਰੂਰ ਫਰਕ ਪੈ ਜਾਂਦਾ ਹੈ, ਕਿਉਂਕਿ ਉਹ ਰੇਤਾ ਦੇ ਵਿੱਚ ਚਲੀ ਜਾਏਗੀ ਤੇ ਖਤਮ ਹੋ ਜਾਏਗੀ, ਤਪਸ਼ ਦੇ ਵਿੱਚ ਜਾਏਗੀ ਤੇ ਸੜ ਕੇ ਸਵਾਹ ਹੋ ਜਾਏਗੀ, ਖਤਮ ਹੋ ਜਾਏਗੀ। ਸਾਗਰ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਬੂੰਦ ਜਿਸ ਦਿਨ ਸਾਗਰ ਦੇ ਵਿੱਚ ਮਿਲ ਜਾਂਦੀ ਉਸ ਦਿਨ ਉਹ ਬੂੰਦ ਨਹੀਂ ਰਹਿੰਦੀ, ਉਹ ਸਾਗਰ ਦਾ ਰੂਪ ਹੋ ਜਾਂਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਜਿਹੜੇ ਆਉਂਦੇ ਨੇ ਉਹਨਾਂ ਦਾ ਆਉਣਾ ਧੰਨ ਕਿਹਾ ਜਾਂਦਾ ਹੈ, ਜਿਹੜੇ ਸੰਸਾਰ ਦੇ ਵਿੱਚ ਆ ਕੇ ਸਮਾਜ ਨੂੰ ਧਰਮ ਨੂੰ ਕੁਝ ਦੇਣ ਦੇ ਕੇ ਜਾਂਦੇ ਨੇ। ਉਹਨਾਂ ਨੂੰ ਧੰਨ ਕਿਹਾ ਜਾਂਦਾ ਹੈ ਜਿਹੜੇ ਸਮਾਜ ਦੇ ਵਾਸਤੇ ਪਹਿਲੋਂ ਸਮੇਂ ਇਸ ਤਰ੍ਹਾਂ ਦੇ ਹੁੰਦੇ, ਅੱਜ ਤੇ ਚਲੋ ਹਰ ਪਾਸੇ ਸੜਕਾਂ ਦੇ ਜਾਲ ਵਿਛੇ ਹੋਏ ਆ ਨਾ, ਪਰ ਪਹਿਲੋਂ ਪਗਡੰਡੀਆਂ ਹੋਣੀਆਂ, ਪਹਾੜੀ ਰਸਤਿਆਂ ਜੰਗਲਾਂ ਦੇ ਵਿੱਚੋਂ ਲੋਕਾਂ ਨੇ ਲੰਘਣਾ ਤੇ ਜਿੱਥੋਂ ਦੀ ਬਾਰ-ਬਾਰ ਕਿਸੇ ਨੇ ਲੰਘਣਾ ਉੱਥੇ ਪੈਰਾਂ ਦੇ ਪਹਿਲੋਂ ਨਿਸ਼ਾਨ ਪੈਣੇ, ਫਿਰ ਇੱਕ ਡੰਡੀ ਬਣਨੀ ਸ਼ੁਰੂ ਹੋ ਜਾਣੀ, ਉਹਨੂੰ ਕਹਿ ਦੇਣਾ ਇਹ ਰਾਹ ਹੈ। ਫਿਰ ਇੱਕ ਇਸ ਤਰ੍ਹਾਂ ਦਾ ਰਾਹ ਹੁੰਦਾ ਸੀ ਜਿੱਥੋਂ ਦੀ ਗੱਡੇ ਲੰਘਣੇ ਨੂੰ ਕਹਿੰਦੇ ਗਾਡੀ ਰਾਹ ਚਲਾਇਆ, ਗੁਰਮੁਖ ਗਾਡੀ ਰਾਹ ਚਲਾਇਆ। ਜਿੰਨੇ ਵੀ ਸੰਸਾਰ ਦੇ ਵਿੱਚ ਸੰਤ ਮਹਾਂਪੁਰਸ਼ ਭਗਤ ਹੁੰਦੇ ਨੇ ਉਹ ਸੰਸਾਰ ਦੇ ਵਿੱਚ ਇੱਕ ਗਾਡੀ ਰਾਹ ਚਲਾ ਕਰਕੇ ਜਾਂਦੇ ਆ, ਤੇ ਉਸ ਗਾਡੀ ਰਾਹ ਇਸ ਕਰਕੇ ਚਲਾ ਕੇ ਜਾਂਦੇ ਆ ਕਿ ਜਿਹੜੇ ਸਾਡੇ ਪਿੱਛੇ ਨੇ ਉਹ ਇਸ ਰਸਤੇ ਤੇ ਤੁਰਨ ਤੇ ਉਹ ਵੀ ਉਸ ਪਰਮ ਗਤੀ ਨੂੰ ਪ੍ਰਾਪਤ ਕਰ ਲੈਣ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਫਿਰ ਨਾਮ ਜਪਦਾ ਹੈ, ਜਿਹਦੇ ਹਿਰਦੇ ਵਿੱਚ ਪਰਮਾਤਮਾ ਦੀ ਯਾਦ ਵਸ ਜਾਂਦੀ ਹੈ, ਮਹਾਰਾਜ ਕਹਿੰਦੇ ਨੇ ਕਿ ਉਹ ਫਿਰ ਇੱਥੇ ਸੰਸਾਰ ਦੇ ਵਿੱਚ ਆਇਆ ਹੋਇਆ ਉਹ ਮਾਇਆ ਦੇ ਹੱਥੋਂ ਠੱਗਿਆ ਨਹੀਂ ਜਾਂਦਾ। ਕਬੀਰ ਸਾਹਿਬ ਕਹਿੰਦੇ ਨੇ ਕਿ ਕਬੀਰ ਆਈ ਮੁਝੇ ਪਹਿ ਅਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਗੁਣ ਕੀਨੋ ਆਦੇਸ਼। ਕਬੀਰ ਸਾਹਿਬ ਕਹਿੰਦੇ ਨੇ ਮੇਰੇ ਕੋਲ ਮਾਇਆ ਆਈ ਤੇ ਅਨੇਕਾਂ ਰੂਪ ਧਾਰਨ ਕਰਕੇ ਆਈ, ਉਹਨੇ ਬਾਰ-ਬਾਰ ਠੱਗਣ ਦਾ ਯਤਨ ਕੀਤਾ, ਪਰ ਕਹਿੰਦੇ ਮੈਂ ਬਚਿਆ ਕਿਵੇਂ? ਹਮ ਰਾਖੇ ਗੁਰ ਆਪਣੇ ਗੁਣ ਕੀਨੋ ਆਦੇਸ਼, ਮੈਨੂੰ ਮੇਰੇ ਗੁਰੂ ਨੇ ਬਚਾ ਲਿਆ, ਮੇਰੇ ਗੁਰੂ ਨੇ ਮੇਰੀ ਬਾਹ ਫੜ ਲਈ। ਮੈਂ ਧਨ ਦੌਲਤ ਵੀ ਹੈ, ਮਾਇਆ ਪਰਿਵਾਰ ਵੀ ਹੈ, ਮਾਇਆ ਰਿਸ਼ਤੇਦਾਰੀਆਂ ਵੀ ਨੇ। ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਪਾਉ ਦੂਜਾ ਲਾਇਆ। ਹਰ ਉਹ ਚੀਜ਼ ਮਾਇਆ ਜਿੰਦੇ ਕਰਕੇ ਰੱਬ ਪਰਮਾਤਮਾ ਜਿਹੜਾ ਹੈ ਉਹਦੀ ਯਾਦ ਹਿਰਦੇ ਵਿੱਚੋਂ ਵਿਸਰ ਜਾਵੇ। ਤੇ ਸਤਿਗੁਰ ਮਹਾਰਾਜ ਦੇ ਜੀਵਨ ਜਿਹੜੇ ਨੇ ਉਹਦੇ ਆਧਾਰ ਦੇ ਉੱਤੇ ਬਾਣੀ ਉਸ ਚੀਜ਼ ਦੀ ਵਿਆਖਿਆ ਕਰਦੀ ਹੈ। ਉਹਨਾਂ ਗੁਰਮੁਖਾਂ ਦੇ ਵਿੱਚੋਂ ਹੀ ਇੱਕ ਗੁਰਮੁਖ ਨੇ ਜਿਨ੍ਹਾਂ ਨੂੰ ਅਸੀਂ ਅੱਜ ਯਾਦ ਕਰਦੇ ਪਏ, ਜਿਨ੍ਹਾਂ ਦੀ 53ਵੀਂ ਬਰਸੀ ਹੈ। ਦੇਖੋ ਲੋਕ ਭੁੱਲ ਜਾਂਦੇ ਨੇ ਜਾਂ ਕਿਸੇ ਹੋਰ ਦਾ ਨਾ ਹਰਭਜਨ ਸਿੰਘ ਰੱਖਿਆ ਗਿਆ। ਵੱਡੇ ਹੋਏ ਤਾਂ ਘਰ ਦੀ ਜਿਹੜੀ ਕਿਰਤ ਸੀ ਖੇਤੀਬਾੜੀ ਉਹਨੂੰ ਕਰਨਾ ਸ਼ੁਰੂ ਕਰ ਦਿੱਤਾ। ਦੋਨੋਂ ਭਰਾਵਾਂ ਨੇ ਰਲ ਕਰਕੇ ਖੇਤੀ ਕਰਨੀ ਸ਼ੁਰੂ ਕੀਤੀ ਤੇ ਆਪਸ ਦੇ ਵਿੱਚ ਸਲਾਹ ਕਰਦੇ ਨੇ ਕਿ ਫੌਜ ਦੀ ਭਰਤੀ ਆਈ, ਕਿਉਂ ਨਾ ਮੈਂ ਫੌਜ ਦੀ ਭਰਤੀ ਵੇਖਾਵਾਂ। ਤੇ ਭਾਈ ਸਾਹਿਬ ਨੂੰ ਦੱਸਦੇ ਪਏ ਸੀ ਕਿ ਉਹ ਸਿੱਕਮ ਦੇ ਵਿੱਚ ਹੋਈ, ਸਿੱਕਮ ਦੇ ਵਿੱਚ ਪੋਸਟਿੰਗ ਹੁੰਦੀ ਆ। ਔਰ ਉਸ ਪਰ ਬਾਬਾ ਹਰਭਜਨ ਸਿੰਘ ਜੀ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਉਹ ਕਿਰਪੀ, ਹਰਭਜਨ ਤੇ ਸਤਿਗੁਰੂ ਹਰੀ ਦੇ ਭਜਨ ਨਾਲ ਜੁੜਨ ਵਾਲੀ ਆਤਮਾ, ਉਹਨਾਂ ਨੇ ਆਪਣੇ ਹੀ ਕਿਸੇ ਮਿੱਤਰ ਦੇ ਸੁਪਨੇ ਵਿੱਚ ਆ ਕੇ ਦੱਸਿਆ ਕਿ ਮੇਰਾ ਸਰੀਰ ਜਿਹੜਾ, ਮੈਨੂੰ ਭਗੌੜਾ ਨਾ ਆਖੋ, ਕਿਉਂਕਿ ਭਗੌੜਾ ਹਮੇਸ਼ਾ ਮੌਤ ਤੋਂ ਡਰਦਿਆਂ ਹੋਇਆਂ ਭੱਜ। ਬਾਣੀ ਇਹ ਗੱਲ ਦੀ ਉਹ ਹਮੇਸ਼ਾ ਰਣ ਦੇ ਵਿੱਚ ਜੂਝਦੇ ਨੇ, ਉਹ ਰਣ ਤੱਤੇ ਨੂੰ ਛੱਡ ਕੇ ਕਦੀ ਨਹੀਂ ਦੌੜਦੇ, ਭਾਵੇਂ ਕਿਹੋ ਜਿਹੇ ਹਾਲਾਤ ਹੋਏ ਹੋਣ। ਤੇ ਸਤਿਗੁਰ ਮਹਾਰਾਜ ਜਦੋਂ ਤੁਹਾਡੇ ਸਿੱਖ ਤੁਹਾਡੇ ਪਿਆਰੇ ਜੰਗ ਦੇ ਵਿੱਚ ਜਾ ਕੇ ਜੂਝਦੇ ਪਏ ਨੇ ਤੇ ਮੈਂ ਕਿਉਂ ਨਹੀਂ ਜਾ ਕੇ ਜੂਝ ਸਕਦਾ। ਸਤਿਗੁਰ ਮਹਾਰਾਜ ਬਾਬਾ ਅਜੀਤ ਸਿੰਘ ਨੂੰ ਆਪ ਤੋਰਦੇ ਨੇ ਕਿ ਮਹਾਰਾਜ ਵੱਡਾ ਵੀਰ ਸ਼ਹਾਦਤ ਦਾ ਜਾਮ ਪੀਤਾ ਤੇ ਮੈਂ ਪਿੱਛੇ ਕਿਉਂ ਰਹਾ, ਕਿਉਂਕਿ ਇਹ ਸ਼ਹੀਦ ਦਾ ਜਿਹੜਾ ਰੁਤਬਾ ਹੈ ਇਹ ਬਹੁਤ ਵੱਡਾ ਹੈ। ਵਿਦਵਾਨ ਕਹਿੰਦੇ ਨੇ ਸ਼ਹੀਦ ਜਿਹੜੇ ਨੇ ਉਹ ਕੌਮ ਦਾ ਮਰਕਜ਼ ਹੋਇਆ ਕਰਦੇ ਨੇ, ਉਹ ਕੌਮ ਦਾ ਗੁਬੰਦ ਹੋਇਆ ਕਰਦੇ ਨੇ।
इकबाल वो लिखते हैं कि शहीद की जो मौत है वो कौम की हयात है, ये हयात तो हयात ये मौत भी। बाबा बंदा सिंह बहादुर आखते ने कि जे तेरा पुत्र भी इनकी जगह ते हुंदा मैं तां भी नहीं सी उहनूं कतल करना, क्योंकि सिੱਖੀ ਜਿਹੜੀ ਆ ਉਹ ਬੱਚਿਆਂ ਨੂੰ ਕਤਲ ਨਹੀਂ ਕਰ। ਜਿਹੜਾ ਅਜੇ ਤੱਕ ਜ਼ਿੰਦਗੀ ਦੇ ਬਾਰੇ ਉਹ ਕਦੀ ਵੀ ਇੱਥੇ ਲੈ ਕੇ ਕਹਿੰਦੀ ਵੇ ਜਲਾਦ ਮੇਰਾ ਪੁੱਤ ਕਤਲ ਨਾ ਕਰੀ, ਵੇਖੀ ਨੋਹ ਨਾਲ ਇਹ ਹੱਥੀ ਚੂੜਾ ਪਾਇਆ, ਅਜੇ ਮਹਿੰਦੀ ਦਾ ਰੰਗ ਵੀ ਨਹੀਂ ਲੱਥਿਆ। ਬਾਬਾ ਹਰਭਜਨ ਸਿੰਘ ਦੀਆਂ ਰਗਾਂ ਦੇ ਵਿੱਚ ਉਹ ਸਿੱਖੀ ਦਾ ਖੂਨ ਆ। ਰਾਤ ਇੱਥੇ ਕਹਿੰਦੇ ਰਾਤ ਇੱਥੇ ਇਸੇ ਸਥਾਨ ਤੇ ਕਹਿੰਦੇ ਸਾਰੀ ਉਹਨਾਂ ਨੂੰ ਕੈਪਟਨ ਆਨਰੇਰੀ ਕੈਪਟਨ ਦੇ ਅਹੁਦੇ ਤੱਕ ਉਹ ਲੈ ਕੇ ਅਸੀਂ ਆ ਕੇ ਕਿਹਾ ਕਿ ਸਾਡਾ ਮਹਾਰਾਜ ਜੀ ਦੇ ਨਾਲ ਰਿਹਾ ਤੇ ਉਹ ਲਿਖਦਾ ਰਿਹਾ ਕਿ ਸਤਿਗੁਰੂ ਮਹਾਰਾਜ ਨੇ ਅੱਜ ਇੱਥੇ ਆ ਕੀਤਾ, ਸਤਿਗੁਰੂ ਮਹਾਰਾਜ ਇਹਨੂੰ ਮਿਲੇ, ਅੱਜ ਮਹਾਰਾਜ ਨੇ ਆਪ ਕੁਝ ਬੋਲਿਆ। ਉਹਨੇ ਇਹ ਵੀ ਲਿਖਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਬਗਦਾਦ ਦੇ ਵਿੱਚ ਅਰਬੀ ਦੇ ਵਿੱਚ ਕੀਰਤਨ ਕਰਦੇ ਰਹੇ, ਅਰਬੀ ਭਾਸ਼ਾ ਦੇ ਵਿੱਚ। ਇੱਕ ਸ਼ਬਦ ਤਾਂ ਅਸੀਂ ਤਲੰਗ ਰਾਗ ਦੇ ਵਿੱਚ ਪੜ੍ਹਦੇ ਹਾਂ ਕਿ ਜਾ ਕੇ ਅਰਜ ਗੁਰਤਮ ਪੇਸ਼ ਤੋਂ ਦਾ ਗੋਸ ਕੁਨ ਕਰਤਾਰ, ਇਹ ਅਰਬੀ ਦਾ ਸ਼ਬਦ ਹੈ। ਪਰ ਸਤਿਗੁਰੂ ਮਹਾਰਾਜ ਉੱਥੇ ਰਹਿ ਕਰਕੇ ਅਰਬੀ ਦੇ ਵਿੱਚ ਮਹਾਰਾਜ ਕੀਰਤਨ ਕਰਦੇ ਆ। ਹੁਣ ਮੁਸਤਾਕ ਹੁਸੈਨ ਲਿਖਦਾ ਹੈ, ਕਹਿੰਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਲੋਕ ਕਹਿੰਦੇ ਸੀ ਕਿ ਹਿੰਦੀ ਪੀਰ, हिंदुस्तान तो आया हिंदी पीर कहना। गुरु नानक देव महाराज ने रेता के टिब्बे के उत्ते बैठना ते उत्थे कीर्तन आरंभ ना सी सलीमा। और सलीमा भी आके सतगुरु महाराज का कीर्तन सुनती है। उन्हें बुरका पहनना, चेहरे को रात का समा होना, भावें उन्हें चेहरे को ढक के आना, बुरका पहन के आना ते बुरका पहन के उन्हें बिल्कुल जिवें जितने उत्थे बैठे होने उन्हें सारे तो पीछे जाके बैठ जाना। एक दिन गुरु नानक देव सच्चे पातशाह महाराज कहते ताजदीन वो लिखारी को आवाज मारते हैं। अजे सलीमा आके बैठी है तो सतगुरु महाराज कहते ताजदीन सलीमा को कह के वापस घरे चले जा। सलीमा उन्हें जाके आख्या कि हिंदी पीर आखदा है सलीमा कि तू वापस घरे चले जा। सलीमा के मन के विच आया, उन्हें जाके अगे सतगुरु महाराज को पहलों तो पिछों मुड़ जाना नहीं हुई। पति का नाम सी जाजा गुलाम। उन्होंने ये भी दस दिता कि तेरे पति को लोगों ने दसिया कि एक किसी हिंदी पीर दा रात को सरोवर संगीत सुनने वास्ते जाती है ते उनके पति को बहुत कुछ किसी ने कह दिता, बड़ी चुपना दी। वो बड़े गुस्से दे जो सलीमा घरे पहुंचती है, जाजा गुलाम उनके पति दी अखां लाल ने ते वो गुस्से सी उन्हां दा कीता। वो बंदा बिल्कुल ऐ ठंडा हो गया जिवें बर्फ दे विच लग गया होवे। वो कहंदा तैनूं किवें पता? वो कहंदी नहीं दसो मैनूं होया की? वो कहंदा सलीमा मैं मिस्र दे विच गया, मैं व्यापार करन वास्ते गया, मेरा ऊंट जिहड़ा सी ना वो अंगूरां दे खेत विच वड़ गया। उन्हें अंगूरां दी खेत दा मालक सी, वो बजुर्ग ने गुस्से दे विच आके एक पत्थर मेरे ऊंट दे मारिया। वो पत्थर उनके बदले हुण इहनूं कतल कीता जाए। पर उत्थे दूजी तजवीज रख दी, कह लगे जे परिवार सहमत होवे ते जिन्नियां परिवार मोहरा मंगे उन्नियां तू दे के ते बच भी सकदा है। परिवार दे नाल गल कीती ते परिवार ने क्या कि चलो जान वाला चले गया, असीं मोहरा लैके ते इहदी जिंदगी देण नूं तैयार आ। उन्हां सौदा कीता कि इन्नियां मोहरा चाहीदियां ने। जाजा गुलाम कहता मैं पर गुलाम कहता मैं घरे आया, मैं मत के वापस मैनूं कदी नहीं मिलिया। गुरु नानक देव महाराज पातशाह जी एक पासे का उन्होंने घर का भी संगत करनी चाहिए ते बाणी दे विच मानस पढ़दे आ मेरे माधो जी सब संगत मिले तो दरिया के संगत करता सतगुरु महाराज जी की बाण जरूर पढ़ते हैं।